ਹੈਲੋ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਦੀ ਸਾਡੀ ਵੀਡੀਓ ਦਾ ਟੌਪਿਕ ਹੈ ਰੀਜ਼ਨਿੰਗ। ਅੱਜ ਆਪਾਂ ਰੀਜ਼ਨਿੰਗ ਦੀ ਕਲਾਸ ਦੇ ਵਿੱਚ ਫਰਸਟ ਲੈਕਚਰ ਸ਼ੁਰੂ ਕਰਾਂਗੇ। ਦਿਸ ਇਜ਼ ਪਾਰਟ 1। ਰੀਜ਼ਨਿੰਗ ਇੱਕ ਐਸਾ ਟੌਪਿਕ ਹੈ ਜੋ ਕਿ ਬਹੁਤ ਸਕੋਰਿੰਗ ਹੁੰਦਾ ਬਟ ਬਹੁਤ ਸਾਰੇ ਬੱਚਿਆਂ ਨੂੰ ਮੁਸ਼ਕਿਲ ਲੱਗਦਾ ਹੈ। ਤੇ ਅੱਜ ਆਪਾਂ ਇੱਕ ਬਹੁਤ ਸਿੰਪਲ ਜਿਹੇ ਟੌਪਿਕ ਤੋਂ ਰੀਜ਼ਨਿੰਗ ਦੀ ਕਲਾਸ ਸ਼ੁਰੂ ਕਰਨ ਲੱਗੇ ਹਾਂ। ਜੇ ਹੁਣ ਤੱਕ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਆਉਣ ਵਾਲੀ ਵੀਡੀਓਜ਼ ਵਾਸਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਅੱਜ ਦੀ ਸਾਡੀ ਵੀਡੀਓ ਦਾ ਟੌਪਿਕ ਹੈ ਡਾਇਰੈਕਸ਼ਨ ਐਂਡ ਡਿਸਟੈਂਸਸ। ਬਹੁਤ ਹੀ ਈਜ਼ੀ ਤੇ ਬਹੁਤ ਹੀ ਸਕੋਰਿੰਗ ਟੌਪਿਕ ਹੈ। ਪੰਜਾਬ ਐਗਜ਼ਾਮਸ ਤੇ ਆਲ ਇੰਡੀਆ ਲੈਵਲ ਐਗਜ਼ਾਮਸ ਦੇ ਵਿੱਚ ਇਸ ਪਰਟੀਕੂਲਰ ਟੌਪਿਕ ਚੋਂ ਹਰ ਵਾਰ ਬਹੁਤ ਜਿਹੇ ਕੁਐਸਚਨ ਆਉਂਦੇ ਨੇਗੇ ਜੋ ਕਿ ਈਜ਼ੀ ਹੁੰਦੇ ਨੇ ਤੇ ਵਿਦਿਨ ਅ ਸ਼ਾਰਟ ਪੀਰੀਅਡ ਤੁਸੀਂ ਕਰ ਸਕਦੇ ਹੁੰਦੇ ਹੋ। ਸ਼ੁਰੂ ਕਰੀਏ ਤਾਂ ਇਸ ਟੌਪਿਕ ਦੇ ਵਿੱਚ ਮੇਨਲੀ 3 ਟਾਈਪ ਦੇ ਕੁਐਸਚਨਸ ਬਣਦੇ ਨੇਗੇ। 3 ਟਾਈਪਸ ਆਫ ਕੁਐਸਚਨਸ ਜੋ ਕਿ ਨੇ ਫਰਸਟ ਟਾਈਪ ਹੈ ਸਾਡੇ ਕੋਲ, ਜਿਸ ਦੇ ਵਿੱਚ ਆਪਾਂ ਨੇ ਲੱਭਣਾ ਹੁੰਦਾ ਹੈ ਓਨਲੀ ਦ ਡਾਇਰੈਕਸ਼ਨ। ਸਿਰਫ ਡਾਇਰੈਕਸ਼ਨ ਦੱਸਣੀ ਹੁੰਦੀ ਹੈ ਕਿ ਕਿਸ ਡਾਇਰੈਕਸ਼ਨ ਦੇ ਵਿੱਚ ਬੰਦਾ ਮੂਵ ਹੋਇਆ ਹੈ ਜਾਂ ਪਰਸਨ ਨੇ ਮੂਵ ਕੀਤਾ ਹੈ। ਦੂਸਰੇ ਟਾਈਪ ਦੇ ਕੁਐਸਚਨ ਦੇ ਵਿੱਚ ਆਪਾਂ ਨੇ ਓਨਲੀ ਡਿਸਟੈਂਸ ਦੱਸਣਾ ਹੁੰਦਾ ਹੈ ਕਿ ਕਿਸ ਡਿਸਟੈਂਸ ਤੇ ਕਿੰਨੀ ਦੂਰ। ਥਰਡ ਟਾਈਪ ਆਫ ਕੁਐਸਚਨ ਦੇ ਵਿੱਚ ਕੀ ਹੁੰਦਾ ਹੈ, ਆਪਾਂ ਨੂੰ ਦੋਨੋਂ ਚੀਜ਼ਾਂ ਦੱਸਣੀਆਂ ਹੁੰਦੀਆਂ ਨੇਗੀਆਂ, both distance as well as direction and direction। ਤਿੰਨ ਟਾਈਪ ਦੇ ਕੁਐਸਚਨ ਨੇ। ਇਸ ਤੋਂ ਬਾਹਰ ਇਹਦੇ ਵਿੱਚ ਕੁਝ ਨਹੀਂ ਆਉਂਦਾ ਹੈ। ਮੈਕਸਿਮਮ ਕੁਐਸਚਨਸ ਹੀ ਇਹਨਾਂ ਟੌਪਿਕਸ ਚੋਂ ਬਣਦੇ ਨੇ। ਗੱਲ ਕਰੀਏ ਜੇ ਆਪਾਂ ਹੁਣ ਡਾਇਰੈਕਸ਼ਨਸ ਦੀ ਤਾਂ ਆਪਣੇ ਕੋਲ 4 ਮੇਨ ਡਾਇਰੈਕਸ਼ਨਸ ਨੇ ਜਿਨ੍ਹਾਂ ਨੂੰ ਆਪਾਂ ਮੇਨ ਜਾਂ ਪ੍ਰਾਈਮ ਡਾਇਰੈਕਸ਼ਨਸ ਕਹਿੰਦੇ ਆ। ਉਹ ਕਿਹੜੀਆਂ ਨੇ ਜੀ? ਨਾਰਥ, ਸਾਊਥ, ਈਸਟ ਤੇ ਵੈਸਟ। ਇਹਨਾਂ ਨੂੰ ਯਾਦ ਕਰਨ ਦਾ ਇੱਕ ਸੌਖਾ ਤਰੀਕਾ ਹੈ। ਮੰਨ ਲਓ ਈਸਟ ਸਾਈਡ ਤੇ ਸਨ ਨਿਕਲਦਾ ਹੈ, ਸਭ ਨੂੰ ਪਤਾ ਹੈ ਕਿ ਸੂਰਜ ਈਸਟ ਵੱਲੋਂ ਦੀ ਉਗਦਾ ਹੈ। ਅਗਰ ਆਪਾਂ ਈਸਟ ਕੰਨੀ ਫੇਸ ਕਰਕੇ ਖੜੇ ਹਾਂ ਤਾਂ ਆਪਣੇ ਲੈਫਟ ਹੈਂਡ ਸਾਈਡ ਤੇ ਕੀ ਹੋਏਗਾ ਜੀ? ਨਾਰਥ। ਤੇ ਰਾਈਟ ਹੈਂਡ ਸਾਈਡ ਤੇ ਸਾਊਥ ਸਾਈਡ ਹੋਏਗੀ, ਸਾਊਥ ਡਾਇਰੈਕਸ਼ਨ ਹੋਏਗੀ। ਇਸੇ ਦੇ ਨਾਲ ਨਾਲ ਆਪਣੇ ਕੋਲ 4 ਹੋਰ ਡਾਇਰੈਕਸ਼ਨਸ ਨੇ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਕਾਰਡੀਨਲ ਡਾਇਰੈਕਸ਼ਨਸ। ਹੁਣ ਕਾਰਡੀਨਲ ਡਾਇਰੈਕਸ਼ਨਸ ਕੀ ਹੁੰਦੀਆਂ ਨੇ? ਮੇਨ ਡਾਇਰੈਕਸ਼ਨਸ ਦੇ ਵਿੱਚ ਜਿਹੜੀਆਂ ਹੈਗੀਆਂ ਨੇ, ਮੇਨ ਡਾਇਰੈਕਸ਼ਨਸ ਦੇ ਵਿੱਚ ਜਿਹੜੀਆਂ 4 ਡਾਇਰੈਕਸ਼ਨਸ ਨੇ ਉਹਨਾਂ ਨੂੰ ਕਿਹਾ ਜਾਂਦਾ ਹੈ ਕਾਰਡੀਨਲ ਡਾਇਰੈਕਸ਼ਨਸ। ਨਾਰਥ, ਸਾਊਥ, ਈਸਟ ਤੇ ਵੈਸਟ। ਇਹਨਾਂ ਦੇ ਵਿੱਚ ਜੋ ਡਾਇਰੈਕਸ਼ਨਸ ਨੇ ਉਹਨਾਂ ਨੂੰ ਕਿਹਾ ਜਾਂਦਾ ਹੈ ਕਾਰਡੀਨਲ ਡਾਇਰੈਕਸ਼ਨਸ। ਜੀ ਆਹ ਨਾਰਥ ਤੇ ਈਸਟ ਦੇ ਵੱਲ ਹੈ, ਇਹਨੂੰ ਆਪਾਂ ਕਹਾਂਗੇ ਨਾਰਥ ਈਸਟ। ਸਿਮਿਲਰਲੀ ਆ ਸਾਊਥ ਤੇ ਈਸਟ ਦੇ ਵੱਲ ਹੈ, ਇਹਨੂੰ ਕਹਾਂਗੇ ਸਾਊਥ ਈਸਟ। ਵੈਸਟ ਤੇ ਸਾਊਥ ਦੇ ਵੱਲ ਹੈ, ਇਹਨੂੰ ਕਹਾਂਗੇ ਆਪਾਂ ਸਾਊਥ ਵੈਸਟ। ਨਾਰਥ ਤੇ ਵੈਸਟ ਵੱਲ ਹੈ, ਇਸ ਨੂੰ ਕਹਾਂਗੇ ਆਪਾਂ ਨਾਰਥ ਵੈਸਟ। ਇੱਕ ਹੋਰ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ, ਕਾਰਡੀਨਲ ਡਾਇਰੈਕਸ਼ਨਸ ਦਾ ਮੇਨ ਡਾਇਰੈਕਸ਼ਨਸ ਦੇ ਨਾਲ ਐਂਗਲ ਹੁੰਦਾ ਹੈ 45 ਡਿਗਰੀ ਦਾ, ਤੇ ਆਪਸ ਦੇ ਵਿੱਚ ਜਿਹੜੀਆਂ ਮੇਨ ਡਾਇਰੈਕਸ਼ਨਸ ਨੇ ਉਹਨਾਂ ਦੇ ਵਿੱਚ ਐਂਗਲ ਹੁੰਦਾ ਹੈ 90 ਡਿਗਰੀ ਦਾ। ਠੀਕ ਹੈ, ਉਮੀਦ ਕਰਦਾ ਤੁਹਾਨੂੰ ਇਹ ਕਲੀਅਰ ਹੋਊਗਾ। ਅੱਗੇ ਦੇਖਦੇ ਹਾਂ। ਆਹ ਇੱਕ ਕੰਪਸ ਨਾਮ ਦਾ ਚੀਜ਼ ਹੈ ਜੋ ਅੱਜ ਕੱਲ੍ਹ ਆਪਣੇ ਸਭ ਦੇ ਸਮਾਰਟਫੋਨਸ ਦੇ ਵਿੱਚ, ਮੋਬਾਈਲ ਫੋਨਸ ਵਿੱਚ ਵੀ ਦੇਖਣ ਨੂੰ ਮਿਲਦਾ ਹੈ। ਇਹ ਦਿਸ਼ਾਵਾਂ ਦੱਸਦਾ ਹੈ। ਪੂਰੇ ਗੋਲ ਚੱਕਰ ਦੇ ਉੱਤੇ 360 ਡਿਗਰੀ ਦਾ ਐਂਗਲ ਲਿਖਿਆ ਹੁੰਦਾ ਹੈ। ਅਗਰ ਤਾਂ ਆਪਾਂ ਜਿੱਦਾਂ ਘੜੀ ਦੀ ਸੂਈ ਚੱਲਦੀ ਹੈ ਇੱਦਾਂ ਚੱਲਾਂਗੇ, ਇਹਨੂੰ ਕਹਾਂਗੇ ਆਪਾਂ ਕਲੌਕਵਾਈਜ਼ ਡਾਇਰੈਕਸ਼ਨ। ਅਗਰ ਘੜੀ ਦੀ ਦਿਸ਼ਾ ਤੋਂ ਵਿਪਰੀਤ ਯਾਨੀ ਉਲਟੀ ਪਾਸੇ ਚੱਲਦੇ ਹਾਂ ਤਾਂ ਉਹਨੂੰ ਆਪਾਂ ਕੀ ਕਹਾਂਗੇ? ਐਂਟੀ ਕਲੌਕਵਾਈਜ਼ ਡਾਇਰੈਕਸ਼ਨ। ਕਲੌਕਵਾਈਜ਼ ਇੱਦਾਂ ਜੀ, ਐਂਟੀ ਕਲੌਕਵਾਈਜ਼ ਘੜੀ ਦੀ ਦਿਸ਼ਾ ਤੋਂ ਉੱਪਰਲੇ ਉਲਟੇ ਪਾਸੇ, ਐਂਟੀ ਕਲੌਕਵਾਈਜ਼ opposite to the direction of clock। ਠੀਕ ਹੈ ਜੀ, ਹੋਰ ਅੱਗੇ ਦੇਖਦੇ ਹਾਂ। तो चलिए फर्स्ट क्वेश्चन तो शुरू करते हैं। फर्स्ट क्वेश्चन विच अपने कोल है, एक कमल नाम का लड़का इज फेसिंग साउथ, साउथ कन्नी फेस करके खड़ा है। ही टर्न्स 135 डिग्रीज इन द एंटी क्लॉकवाइज डायरेक्शन एंड देन 180 डिग्रीज इन द क्लॉकवाइज डायरेक्शन। व्हाट डायरेक्शन इज ही फेसिंग नाउ? पहला तो आप जी डायरेक्शंस ड्रॉ कर लेने, नॉर्थ, साउथ,
ईस्ट एंड वेस्ट। फर्स्ट ऑफ ऑल क्वेश्चन दे अकॉर्डिंगली ही इज फेसिंग टुवर्ड्स साउथ, साउथ करनी फेस है 90 डिग्री ਦੇ एंगल ਤੇ ईस्ट है ਤੇ 45 डिग्री एंगल फर्दर ਤੇ ਆਪਣੇ ਕੋਲ नॉर्थ ईस्ट पार्ट है। ਜਦੋਂ 135 डिग्रीज एंटी क्लॉकवाइज घूमता है ही इज नाउ फेसिंग नॉर्थ ईस्ट डायरैक्शन। एज पर द सैकेंड पार्ट ऑफ द क्वेश्चन के दूजे हिस्से के अकॉर्डिंगली ਹੁਣ ਉਹ 180 डिग्री क्लॉकवाइज डायरैक्शन ਦੇ ਵਿੱਚ ਘੁੰਮਦਾ ਆਉਂਦਾ ਹੈ। ਉਰੇ ਤੋਂ ਇਸ ਦੇ वर्टिकली ऑपोजिट ਆਹ कार्डिनल डायरैक्शन बनेगी अपने ਕੋਲ जो कि की है साउथ वेस्ट। 180 डिग्रीज एक स्ट्रेट लाइन होंगी है तो अपने कोल नाउ ही इज फेसिंग साउथ वेस्ट डायरेक्शन। सो द करेक्ट आंसर वुड बी बी। बी वुड बी आर करेक्ट आंसर फॉर क्वेश्चन नंबर 1। नेक्स्ट क्वेश्चन ते चलते हाँ। अ पर्सन वॉक्स 1 माइल टू वेस्ट। पर्सन 1 माइल वेस्ट कन्नी मूव करता है। माइल जी एक डिस्टेंस की यूनिट होंगी है जिन्होंने पंजाबी च मील कहा जाता है। 1 माइल लगभग 1.6 किलोमीटर के बराबर होंगी है, यानी लागे 1600 मीटर दे। जी क्वेश्चन देखते हैं। टर्न्स लेफ्ट एंड वॉक्स 1 माइल एंड टर्न्स लेफ्ट एंड वॉक्स 1 माइल एंड अगेन टर्न्स लेफ्ट एंड वॉक्स 1 माइल। पहला तो जी आप क्वेश्चन के लिए डायग्राम ड्रॉ करांगे। डायग्राम ड्रॉ करिए तो नॉर्थ साउथ ईस्ट एंड वेस्ट। फर्स्ट ऑफ ऑल वेस्ट करनी मूव कर रहे हैं तो आपने लाइन ड्रॉ की 1 किलोमीटर 1 माइल लिख लिया। उस तो बाद एंड वॉक्स 1 माइल हुण उन्हें लैफ्ट मुड़े है। देखो जी बंदे का फेस इस पास तरफ नूं है तो उसकी लैफ्ट साइड आह है तो राइट साइड आह है। टर्न्स लैफ्ट तो वो इधर नूं मुड़ गया। फिर तो उन्हें डिस्टेंस कितना कवर किया है। ही हैज़ कवर्ड अ डिस्टेंस ऑफ 1 माइल। क्वेश्चन फिर की कहता है एंड टर्न्स लैफ्ट एंड वॉक्स 1 माइल। फिर तो इस जगह तो आह उहदा लैफ्ट है आह राइट है और लैफ्ट खन्नी हुंदा है 1 माइल तुरदा है। उस तो बाद लास्ट पार्ट एंड अगेन टर्न्स लैफ्ट एंड वॉक्स 1 माइल। फिर तो वो लैफ्ट करनी नूं हुंदा है ते 1 माइल तुरदा है। इनिशियली ही वॉज फेसिंग डायरेक्शन वेस्ट बट नाउ ही इज फेसिंग डायरेक्शन नॉर्थ। तो यही साढ़े तो क्वेश्चन दे विच पूछा गया है व्हाट इज द डायरेक्शन ही इज फेसिंग नाउ। सो द करेक्ट आंसर वुड बी ए नॉर्थ। ए नॉर्थ इज द करेक्ट आंसर। ठीक है जी अगले क्वेश्चन ते चलते हाँ। इफ ईस्ट इज रिप्लेस्ड बाय साउथ ईस्ट लेट्स ड्रॉ द कार्डिनल एंड द मेन डायरेक्शंस फर्स्ट। पहला आप कार्डिनल ते मेन डायरेक्शंस ड्रॉ करिए। जी नॉर्थ साउथ ईस्ट एंड वेस्ट। नॉर्थ ईस्ट साउथ ईस्ट साउथ वेस्ट एंड नॉर्थ वेस्ट। हाँ जी ईस्ट इज रिप्लेस्ड बाय साउथ ईस्ट। ईस्ट नू रिप्लेस करता है साउथ ईस्ट नाल। then west will be replaced by which of the following directions। देखो जी आह रहा ईस्ट ते आ रहा साउथ ईस्ट। इन्हां दोनों दे विच फर्क आपने देखा सी हुणे 45 डिग्रीज का हुंदा है। अगर ईस्ट कन्नी हुण साउथ ईस्ट है तो वैस्ट कन्नी किहड़ी हो जाएगी जी। इन सारे नूं आपां जे 45 डिग्री एंगल ते घुमा दिए तो इस दे तरफ हो जाएगी नॉर्थ वेस्ट पार्ट। सो दिस वुड बी आर करेक्ट आंसर। आंसर टू क्वेश्चन नंबर 3 वुड बी डी नॉर्थ वेस्ट। नॉर्थ वेस्ट इस क्वेश्चन का सही जवाब बन जाएगा। मूविंग ऑन क्वेश्चन नंबर 4 कहता है इफ द डिजिट 12 ऑफ अ क्लॉक इज पॉइंटिंग टुवर्ड्स ईस्ट। फर्स्ट ऑफ ऑल लेट्स ड्रॉ अ क्लॉक। क्लॉक ड्रॉ करिए जी और 12 6 3 3 9 ਇਹਦੇ ਵਿੱਚ ਮਿੰਟ ਤੇ ਸੈਕਿੰਡ ਆਰ ਐਂਡਸ ਆ ਜਾਣਗੇ। ਇਫ ਦ ਡਿਜਿਟ 12 ਆਫ ਅ ਕਲੌਕ ਇਜ਼ ਪੁਆਇੰਟਿੰਗ ਟੁਵਰਡਸ ਈਸਟ। ਆਪਾਂ ਕਾਰਡੀਨਲ ਡਾਇਰੈਕਸ਼ਨਸ ਨੂੰ ਘੁਮਾਉਣ ਦੀ ਬਜਾਏ ਇਸ ਕੁਐਸਚਨ ਦੇ ਵਿੱਚ ਕਲੌਕ ਨੂੰ ਘੁਮਾਵਾਂਗੇ ਉਹਦੇ ਨਾਲ ਕੁਐਸਚਨ ਈਜ਼ੀ ਰਹੂਗਾ। ਅਦਰਵਾਈਜ਼ ਕਨਫਿਊਜ਼ ਹੋਣ ਦੇ ਬਹੁਤ ਜ਼ਿਆਦਾ ਚਾਂਸਸ ਨੇ ਤੇ ਇੱਕ ਈਜ਼ੀ ਜੇ ਟੌਪਿਕ ਦੇ ਵਿੱਚ ਮਾਰਕਸ ਲੂਜ਼ ਕਰਨਾ ਕੋਈ ਵੀ ਨਹੀਂ ਚਾਹੂਗਾ ਮੇਨ ਐਗਜ਼ਾਮ ਦੇ ਵਿੱਚ ਜੀ। ਤਾਂ ਡਿਜਿਟ 12 ਪੁਆਇੰਟਸ ਟੁਵਰਡਸ ਈਸਟ 12 पॉइंट टुवर्ड्स ईस्ट। हुण 12 हैगा ईस्ट दे कन्नी तो
3 ਹੋ ਜਾਊਗਾ ਸਾਊਥ, 6 ਹੋ ਜਾਊਗਾ ਵੈਸਟ ਤੇ 9 ਹੋ ਜਾਊਗਾ north ਦੇ ਕਰਨੀ। ਐਂਡ ਦਿਸ ਵਾਸ ਦ ਕੁਐਸਚਨ, in which direction will digit 9 point, 9 digit 9 ਜਿਹੜਾ ਹੈਗਾ ਕਲੌਕ ਦੇ ਉੱਤੇ ਉਹ ਕਿਹੜੀ ਦਿਸ਼ਾ ਦੇ ਵਿੱਚ ਕਰੂਗਾ, ਤਾਂ ਉਹਦਾ ਕਰੈਕਟ ਆਨਸਰ ਆ ਜਾਊਗਾ ਜੀ north। ਤਾਂ ਆਪਸ਼ਨ ਨੰਬਰ C is the correct answer for question number 4। question number 4 ਦਾ ਸਹੀ ਜਵਾਬ ਆਪਸ਼ਨ ਨੰਬਰ C north। ਮੂਵਿੰਗ ਟੂ 5th ਕੁਐਸਚਨ। ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸ ਰਿਹਾ, ਐਗਜ਼ਾਮ ਦੇ ਵਿੱਚ ਇਹਨਾਂ ਕੁਐਸਚਨਸ ਨੂੰ ਕਰਨ ਲਈ ਆਪਾਂ ਨੂੰ ਰਫਲੀ 20 ਸੈਕਿੰਡਸ ਦਾ ਟਾਈਮ ਮਿਲਦਾ, ਜੋ ਕਿ ਮੋਰ ਦੈਨ ਇਨਫ ਹੈ। ਤੁਸੀਂ ਸਹੀ ਪ੍ਰੈਕਟਿਸ ਤੇ ਰੈਗੂਲਰ ਉਹਦੇ ਨਾਲ 20 ਕੀ 15 ਸੈਕਿੰਡਸ ਦੇ ਵਿੱਚ ਵੀ ਇਹਨਾਂ ਕੁਐਸਚਨਸ ਨੂੰ ਅਟੈਂਪਟ ਕਰ ਸਕਦੇ ਹੋ, ਤੇ ਇਨ ਕੇਸ ਜੇ ਤੁਹਾਡਾ ਕੋਈ ਸੈਕਸ਼ਨ ਵੀਕ ਹੈ ਉਹਦੇ ਉੱਤੇ ਜ਼ਿਆਦਾ ਟਾਈਮ ਕੱਢ ਸਕਦੇ ਹੋ ਉਹਦੇ ਵਾਸਤੇ। क्वेश्चन नंबर 5 करनी चलिए। अ मैन स्टार्ट्स फ्रॉम हिज ऑफिस इन द नॉर्थ डायरेक्शन। नॉर्थ कन्नियों शुरू किया बंदे ने मूव करना। ही टर्न्स टू हिज लेफ्ट, हुण इस बंदे दा लेफ्ट इस पासे, तो ही गोज लेफ्ट एंड देन टू हिज राइट, फिर हो आह इस पासे राइट है, इस पासे लेफ्ट है। ही टर्न्स राइट, राइट मूव किया एंड अगेन टू हिज राइट। हुण उरे तो आह पार्ट राइट है, देखो जी एरो हैड दे लैफ्ट हैंड साइड ते लैफ्ट है ते राइट हैंड साइड ते राइट है, उरों दी फिर तो ही हैज मूव्ड टुवर्ड्स राइट। इन विच डायरेक्शन विल ही बी फेसिंग। हुण इस दा क्वेश्चन दा आंसर बहुत ईजी है, पहला आपां डायग्राम ड्रॉ कर ली सी, नॉर्थ साउथ ईस्ट एंड वेस्ट। सो फाइनल एरो हैड दी डायरेक्शन किस तरफ है, ईस्ट दे वाल। सो द फाइनल आंसर इज ही इज फेसिंग ईस्ट नाउ। सो द करेक्ट ऑप्शन इज आंसर नंबर सी। अगला क्वेश्चन देखते हैं आप। क्वेश्चन नंबर 6 की कहता है, क्वेश्चन पढ़िए। इफ साउथ ईस्ट बिकम्स नॉर्थ एंड नॉर्थ ईस्ट बिकम्स वेस्ट एंड ऑल द रेस्ट डायरेक्शंस आर चेंज्ड इन द सेम मैनर, व्हाट विल बी द डायरेक्शन ऑफ द वेस्ट। सिमिलर क्वेश्चन आप किया है। इस क्वेश्चन के लिए आप पहला डायग्राम ड्रॉ करांगे। नॉर्थ साउथ ईस्ट एंड वेस्ट, ਤੇ ਇਹਦੇ ਨਾਲ ਹੀ ਆਪਣੀਆਂ ਜਿਹੜੀਆਂ ਕਾਰਡੀਨਲ ਡਾਇਰੈਕਸ਼ਨਸ ਨੇ ਆਪਾਂ ਉਹ ਵੀ ਡਰਾ ਕਰ ਲਾਂਗੇ। ਜ਼ਰੂਰੀ ਨਹੀਂ ਲਿਖਾਂਗੇ, ਡਰਾ ਜ਼ਰੂਰ ਕਰਾਂਗੇ। ਸਾਊਥ ਈਸਟ ਬਿਕਮਸ ਨਾਰਥ, ਸੋ ਸਾਊਥ ਈਸਟ ਹੈਜ਼ ਬਿਕਮ ਨਾਰਥ। ਕਿੰਨੇ ਡਿਗਰੀ ਘੁੰਮਿਆ ਹੈ, 45 ਆਹ ਤੇ 90 ਆਹ, ਮੀਨਸ ਇਟ ਹੈਜ਼ ਗੋਨ ਥਰੂ 135 ਡਿਗਰੀ ਐਂਟੀ ਕਲॉकवाइज। एंटी क्लॉकवाइज डायरेक्शन विच ऑफ 135 डिग्रीज घूम चुका है। नॉर्थ ईस्ट बिकम्स वेस्ट, नॉर्थ ईस्ट अपना की बन गया, वेस्ट बन गया बिल्कुल, ते आर चेंज्ड इन द सेम मैनर। बाकी सारिया दिशावां नूं भी सेम डायरेक्शन दे विच चेंज कर दिता गया। वॉट विल बी द डायरेक्शन ऑफ वेस्ट। हुण आपां वेस्ट नूं भी की करांगे, एंटी क्लॉकवाइज 135 डिग्री घुमा दांगे, तो 90 डिग्री तक वो साउथ बनिया। जदों नूं आपां ने 45 डिग्री होर घुमाया, टोटल 135 डिग्री तक घुमाया। 135 डिग्री जदों घुमाया, सो द इट विल बी पॉइंटिंग टुवर्ड्स साउथ ईस्ट नाउ। इहदे नाल अपने कोल क्वेश्चन नंबर सी का सही जवाब आ गया। क्वेश्चन नंबर 6 का सही जवाब आ गया सी, दैट इज साउथ ईस्ट। अगर नहीं क्लीयर होया क्वेश्चन नूं फिर देखते हाँ। आपने कार्डिनल डायरेक्शंस ड्रॉ कीतियां, नॉर्थ साउथ ईस्ट एंड वेस्ट, इहदे नाल ही कार्डिनल डायरेक्शंस। क्वेश्चन के अकॉर्डिंगली की है, साउथ ईस्ट जो सी, साउथ ईस्ट बन गई है नॉर्थ, उन्होंने घुमा दिता गया है 135 डिग्री एंटी क्लॉकवाइज डायरेक्शन विच। नॉर्थ जो सी वो बन गया है साउथ वेस्ट, सॉरी नॉर्थ ईस्ट बन गया है वेस्ट, इनू भी 135 डिग्री एंटी क्लॉकवाइज घुमाता है। ता वेस्ट जो है वो बन जाएगी अपना साउथ ईस्ट पार्ट। उम्मीद है हुन क्लियर होया होगा। सो द करेक्ट आंसर वुड बी सी, साउथ ईस्ट। हुन अपने कोल टाइप चेंज की है थोड़ी जी। दीज आर टाइप 2 क्वेश्चंस जिथे आपने डिस्टेंस दसना है, ठीक है। मोहन वॉक्ड 30 meter towards south. Mohan 30 meter, let's say this, let's draw the directions first. Okay, so Mohan walked 30 meters towards south, ठीक है, south।
नॉर्थ ईस्ट एंड वेस्ट 30 मीटर साउथ कनी मूव किया took a left turn and walked 15 मीटर on the left hun की होया जी आ part he took 15 meters walked and then took a right and walked 20 meter ਉਰੋਂ ਦੀ ਮੋਹਨ ਦਾ ਫੇਸ ਇੱਧਰ ਨੂੰ ਸੀ right side this part took a right so 20 meter आ part आ गया again took a right and walked 15 meter उन्होंने फिर तो एक right लिया तो he walked 15 meters How far is he from the starting point? Starting point इस point तो मोहन ने शुरू किया. Let's name it A, B, C, D and E. He is walking in straight lines. ਤਾਂ A, B ਦਾ distance ਤੇ C, D ਦਾ distance. दोनों distances ਨੂੰ ਜਦੋਂ ਆਪਾਂ add up ਕਰਾਂਗੇ ਆਪਣੇ ਕੋਲ total distance ਆ ਜਾਊਗਾ 30 plus 20 is equal to 50 meters. ਤਾਂ ਮੋਹਨ ਜੋ starting point A ਤੇ E ਦੇ ਵਿੱਚ ਜੋ distance ਹੈ straight line ਦਾ that is 50 meters and that is our correct option. So the answer is B, 50 meters. I hope it's clear. Moving on. Let's try this question again. As per the question requires, what will we do? We will draw the directions first. North, east, south and west. Man travels 4 kilometer due north, 4 kilometer towards north. Then travels 6 kilometer due east. 6 kilometers towards east and further travels 4 kilometer due north and then he travels 4 kilometer due north. How far is he from the starting point? So this question requires a new concept and that is of Pythagoras theorem. Pythagoras theorem ਕੀ ਕਹਿੰਦੀ ਹੈ? Pythagoras theorem right angle triangles ਦੇ ਵਿੱਚ ਲੱਗਦੀ ਹੈ ਜਿਹਦੇ ਵਿੱਚ ਆ base perpendicular ਤੇ ਆ hypotenuse ਕੀ ਕਹਿੰਦੀ ਹੈ perpendicular the square plus base the square is equal to hypotenuse the square. If I try to make a triangle out of this ਜੇਕਰ ਇਹਦੀ ਮੈਂ ਇੱਕ triangle ਬਣਾਵਾਂ ਤਾਂ triangle ਦੀਆਂ sides ਕੁਝ ਇਦਾਂ ਦੀਆਂ ਬਣ ਜਾਣਗੀਆਂ ਆ 6 ਕਿਲੋਮੀਟਰ ਆ 8 ਕਿਲੋਮੀਟਰ ਤੇ ਆਪਾਂ ਨੇ ਆਹ distance find out ਕਰਨਾ ਹੈ between point A, B and C. We need to find out the distance AC. Doing the calculation ਆਪਣੇ ਕੋਲ ਕੀ ਬਣਦਾ ਹੈ AC is equal to under root of 8 square plus 6 square which is equal to 64 plus 36 and is equal to 100. 100 ਦਾ ਵਰਗਮੂਲ ਆਪਣੇ ਕੋਲ ਆ ਜਾਂਦਾ ਹੈ ਜੀ 10 ਕਿਲੋਮੀਟਰ. So the correct answer is option number D. ਠੀਕ ਹੈ ਅਗਲੇ ਕੁਐਸਚਨ ਤੇ ਚੱਲਦੇ ਹਾਂ. ਅਗਲਾ ਕੁਐਸਚਨ question number 9 ਕਹਿੰਦਾ ਹੈ a man goes 5 kilometer east from his office. Let's draw the directions east, south, west and north. 5 kilometer east from his office, 5 kilometer east करनी. He then takes left turn, took a left होया and walks 3 kilometer. बिल्कुल सही. He again takes left turn, फिर तो इस part तो की होया left होया and walks 5 kilometers. अगर 5 kilometers है तो इसे point ते parallel पहुंच जाऊगा उरे तक हो 5 kilometers तक आ गया. How far is he from the starting point? So this was his starting point, point A. A तो हो B तक move किया east 5 kilometers. B ते जाके उन्हें की किया एक left turn लिया 3 kilometer move किया C point ते पहुंच गया. C point ते जाके उन्हें फिर तो एक left turn लिया ते 5 kilometer move किया. इस part तो पहुंच गया D ते. ਹੁਣ A ਤੇ D ਦੇ ਵਿੱਚ ਦਾ ਡਿਸਟੈਂਸ ਕਿੰਨਾ ਹੈ 3 ਕਿਲੋਮੀਟਰਸ. ਅਗਰ ਤੁਹਾਨੂੰ ਡਾਇਰੈਕਸ਼ਨ ਪੁੱਛੀ ਜਾਂਦੀ ਹੈ ਇਨ ਵਿਚ ਡਾਇਰੈਕਸ਼ਨ is he facing now ਤਾਂ ਆਪਣਾ ਜਵਾਬ ਕੀ ਆ ਜਾਂਦਾ he is facing towards west. ਠੀਕ ਹੈ ਤਾਂ ਇਹਦਾ ਕਰੈਕਟ ਆਨਸਰ ਆ ਗਿਆ ਆਪਣੇ ਕੋਲ ਆਪਸ਼ਨ ਨੰਬਰ A that the correct answer is A 3 kilometers. Okay, so moving on to question number 10, we have that एक लड़का है अमन नाम दा, he travels 2 meter towards north. Directions draw करते हैं पहला. North, south, east and west. तो फर्स्ट ऑफ ऑल वो मूव करता है 2 मीटर टूवर्ड्स नॉर्थ. उस तो बाद ही टर्न्स
टुवर्ड्स ईस्ट एंड मूव्स 3 किलोमीटर, ईस्ट कनी मूव करके वो मूव करता है 3 मीटर्स। उस तो बाद फाइनली ही ट्रैवल्स 6 मीटर इन द साउथ डायरेक्शन। इस पार्ट तो साउथ नीचे ਨੂੰ ਹੈ ਤਾਂ ਆਪਾਂ 6 ਮੀਟਰਸ ਦੀ ਇੱਕ ਲਾਈਨ ਡਰਾ ਕਰ ਦਾਂਗੇ 6 ਮੀਟਰਸ ਟੁਵਰਡਸ ਸਾਊਥ। ਆ ਪੁਆਇੰਟ A ਤੋਂ ਚੱਲਿਆ ਸੀ B ਤੱਕ 2 ਮੀਟਰ ਦਾ ਡਿਸਟੈਂਸ, B ਤੋਂ ਰਾਈਟ ਟਰਨ ਹੋਇਆ ਈਸਟ ਕੰਨੀ, B ਤੋਂ C ਤੇ ਮੂਵ ਹੋਇਆ, C ਤੋਂ ਲਾਸਟ ਪੁਆਇੰਟ ਆਪਣੇ ਕੋਲ ਫਾਈਨਲ ਪੁਆਇੰਟ ਆ ਗਿਆ D। ਐਸ ਪਰ ਦ ਕੁਐਸਚਨ ਹਾਊ ਫਾਰ ਇਜ਼ ਹੀ ਫਰੋਮ ਦ ਸਟਾਰਟਿੰਗ ਪੁਆਇੰਟ। ਹੁਣ ਆਪਾਂ ਨੇ ਪੁਆਇੰਟ A ਤੇ ਪੁਆਇੰਟ D ਦੇ ਵਿੱਚ ਦਾ ਡਿਸਟੈਂਸ ਫਾਈਂਡ ਆਊਟ ਕਰਨਾ ਹੈ। ਆ ਸਟ੍ਰੇਟ ਲਾਈਨ ਇਹਨਾਂ ਦੋਨਾਂ ਦੇ ਵਿੱਚ ਦਾ ਡਿਸਟੈਂਸ ਦੱਸ ਦੂਗੀ, ਬਟ ਇਸ ਕੁਐਸਚਨ ਨੂੰ ਕਰਨ ਵਾਸਤੇ ਆਪਾਂ ਨੂੰ ਪਹਿਲਾਂ ਤਾਂ ਇੱਕ ਤਾਂ 6 ਚੋਂ ਆਹ 2 ਮੀਟਰ ਡਿਸਟੈਂਸ ਮਾਈਨਸ ਕਰਨਾ ਪਊਗਾ ਜੋ ਕਿ ਰਹਿ ਗਿਆ 4। ਸਟ੍ਰੇਟ ਲਾਈਨਸ ਦੇ ਵਿੱਚ ਮੂਵ ਕੀਤਾ ਹੈ ਤਾਂ ਆਹ ਡਿਸਟੈਂਸ 3 ਮੀਟਰ। ਐਜ਼ ਡਿਸਕਸਡ ਆਪਾਂ ਹੁਣ ਪਾਈਥਾਗੋਰਸ ਥਿਓਰਮ ਦੇ ਨਾਲ ਕੁਐਸਚਨ ਕਰਾਂਗੇ। AD would be equal to under root of 3 square plus 4 square। 3 square 9 ਤੇ 4 square 16 which adds up to under root of 25 ਤੇ ਇਹਦਾ ਕਰੈਕਟ ਆਨਸਰ ਆ ਜਾਊਗਾ 5 ਮੀਟਰਸ। ਕਰੈਕਟ ਆਨਸਰ ਹੋ ਜਾਏਗਾ ਕੁਐਸਚਨ ਨੰਬਰ 10 ਦਾ ਆਪਸ਼ਨ ਨੰਬਰ C। ਅਗਲੇ ਕੁਐਸਚਨ ਤੇ ਚੱਲੀਏ। ਅਗਲਾ ਕੁਐਸਚਨ ਨੰਬਰ 11 ਇਹ ਤੁਹਾਡਾ ਹੋਮਵਰਕ ਕੁਐਸਚਨ ਹੈ, ਤੁਸੀਂ ਇਹਨੂੰ ਜ਼ਰੂਰ ਟਰਾਈ ਕਰਕੇ ਤੇ ਸਾਨੂੰ ਕਮੈਂਟਸ ਦੇ ਵਿੱਚ ਆਨਸਰ ਦੇਣਾ ਹੈ। ਵੀਡੀਓ ਦੇ ਕਿਸੇ ਵੀ ਪਾਰਟ ਤੇ ਤੁਹਾਨੂੰ ਕੋਈ ਚੀਜ਼ ਕਲੀਅਰ ਨਾ ਹੋਵੇ ਤੁਸੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਸਾਡੀ ਇਹੀ ਕੋਸ਼ਿਸ਼ ਹੋਵੇਗੀ ਕਿ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਉਹ ਡਾਊਟਸ ਕਲੀਅਰ ਕਰ ਦਿੱਤੇ ਜਾਣ। ਵੀਡੀਓ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤੇ ਹੋਏ ਲਿੰਕਸ 'ਚ ਤੁਸੀਂ ਸਾਡੇ ਨਾਲ ਟੈਲੀਗ੍ਰਾਮ, ਇੰਸਟਾਗ੍ਰਾਮ, ਫੇਸਬੁੱਕ ਉੱਤੇ ਵੀ ਜੁੜ ਸਕਦੇ ਹੋ। ਉਮੀਦ ਕਰਦਾ ਹਾਂ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ। ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਿਓ, ਸਬਸਕ੍ਰਾਈਬ ਜ਼ਰੂਰ ਕਰਿਓ ਚੈਨਲ ਨੂੰ ਤਾਂ ਕਿ ਤੁਸੀਂ ਕੋਈ ਵੀ ਵੀਡੀਓ ਮਿਸ ਨਾ ਕਰੋ। ਅੱਗੇ ਬਹੁਤ ਹੀ ਵਧੀਆ ਕੰਟੈਂਟ, ਬਹੁਤ ਸੋਹਣੀਆਂ ਵੀਡੀਓਜ਼ ਆਉਣਗੀਆਂ ਜੋ ਤੁਹਾਡੇ ਵਾਸਤੇ ਤਿਆਰੀ ਲਈ ਬਹੁਤ ਬੈਨੀਫੀਸ਼ੀਅਲ ਹੋਣਗੀਆਂ। ਸ਼ੁਕਰੀਆ।